ਮਿੱਤਰ ਸੈਨਮੀਤ ਦਾ ਕਹਾਣੀ ਸੰਗ੍ਰਹਿ ਹੈ ਲਾਮ ਦੀ ਕਹਾਣੀ ਵੀ ਹੈ ਲਾਮ। ਅੱਜ ਕੱਲ ਦੇ ਬਲਦੇ ਦਿਨਾਂ 'ਚ ਬਲਦੇਵ ਨੂੰ ਚੰਡੀਗੜ੍ਹ ਗਿਆ 5ਵਾਂ ਦਿਨ ਸੀ। ਨਾ ਕੋਈ ਸੁੱਖ ਸੁਨੇਹਾ, ਨਾ ਕੋਈ ਖਬਰਸਾਰ। ਉਡੀਕ ਉਡੀਕ ਸਾਰੇ ਟੱਬਰ ਦੀਆਂ ਅੱਖਾਂ ਪੱਕ ਗਈਆਂ ਸਨ। ਦੇਵੀ ਦੇਵਤਿਆਂ ਦੀਆਂ ਤਸਵੀਰਾਂ ਅੱਗੇ ਮੱਥੇ ਰਗੜਦੀ, ਟੱਲੀਆਂ ਵਜਾਉਂਦੀ, ਪੀਰਾਂ ਫਕੀਰਾਂ ਨੂੰ ਧਿਆਉਂਦੀ ਤੇ ਸਾਰਾ ਦਿਨ ਮਾਲਾ ਦੇ ਮਣਕੇ ਫੇਰਦੀ ਬੁੱਢੀ ਮਾਂ ਆਪਣੇ ਆਪ ਉੱਤੇ ਤੇ ਦੇਵਤਿਆਂ ਤੇ ਖਿੱਚ ਪੈਂਦੀ। ਉਸ ਚੰਦਰੀ ਦੀ ਜ਼ਿੱਦ ਨੇ ਬਲਦੇਵ ਨੂੰ 84 ਦੇ ਚੱਕਰ 'ਚ ਪਾਇਆ ਸੀ। ਬੁੱਢੀ ਨੂੰ ਸਮਝ ਨਹੀਂ ਸੀ ਆ ਰਹੀ। ਰਾਧੇ ਪੰਡਤ ਦੇ ਉਪਾਸ, ਸ਼ਾਸਤਰੀ ਦੇ ਤਬੀਤ, ਮੌਲਵੀ ਦੇ ਹੱਥ ਹੌਲੇ, ਆਥਣ ਉਗਣ ਦੇ ਪਾਠ, ਪੀਰਾਂ ਫਕੀਰਾਂ, ਦੇਵੀ ਦੇਵਤਿਆਂ ਦੀਆਂ ਸੁੱਖਾਂ ਰਾਸ ਕਿਉਂ ਨਹੀਂ ਸੀ ਆ ਰਹੀਆਂ। ਕੰਨਾਂ ਨੂੰ ਹੱਥ ਲਾਏ। ਇੱਕ ਵਾਰ ਸੁੱਖ ਸਾਂਦ ਨਾਲ ਘਰ ਆ ਜਾਏ, ਮੁੜ ਕਦੇ ਉਹ ਬਲਦੇਵ ਨੂੰ ਬਦਲੀ ਕੈਂਸਲ ਕਰਾਉਣ ਲਈ ਨਹੀਂ ਘੱਲੇਗੀ। ਕਿਹਨੂੰ ਪਤਾ ਹੈ ਕਿ ਸਵੇਰੇ ਸਹੀ ਸਲਾਮਤ ਘਰੋਂ ਨਿਕਲਿਆ ਉਹ ਸ਼ਾਮ ਨੂੰ ਘਰੇ ਮੁੜੇਗਾ ਵੀ ਕਿ ਨਹੀਂ। ਕੀ ਪਤਾ ਕਿਸ ਮੋੜ ਤੇ ਬੱਸ ਰੋਕ ਲਈ ਜਾਵੇ, ਮਨ ਮਰਜ਼ੀ ਦੇ ਬੰਦਿਆਂ ਨੂੰ ਉਤਾਰ ਲਿਆ ਜਾਏ ਤੇ ਬਾਲ ਬੱਚਿਆਂ ਦੇ ਦੇਖਦੇ ਉਹਨਾਂ ਦੇ ਖੂਨ ਨਾਲ ਹੋਲੀ ਖੇਡ ਲਈ ਜਾਏ। ਕੀ ਪਤਾ ਕਿਸ ਪੁਲ ਤੇ CRP ਕਿਸੇ ਨੂੰ ਰੁਕਣ ਦਾ ਇਸ਼ਾਰਾ ਕਰੇ, ਉਹ ਘੱਟ ਬ੍ਰੇਕਾਂ ਕਰਕੇ ਅੱਗੇ ਲੰਘਣ ਦੀ ਗੁਸਤਾਖੀ ਕਰਕੇ ਉਹਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਏ ਤੇ ਆਪਣਾ ਨਾਂ ਖੌਫਨਾਕ ਅੱਤਵਾਦੀਆਂ 'ਚ ਲਿਖਵਾ ਪਏ। ਇਸੇ ਮਾਨਸਿਕਤਾ ਦੀ ਸ਼ਿਕਾਰ ਚੰਨੀ ਬਿੰਦੇ ਝੱਟੇ ਦੇਲੀਆਂ 'ਚ ਖਲੋਂਦੀ ਤੇ ਆਪਣੇ ਆਪ ਨੂੰ ਕੋਸਣ ਲੱਗਦੀ। ਜੇ ਕਿਧਰੇ ਪਿਓ ਵਰਗੇ ਵੀਰੇ ਨੂੰ ਕੁਝ ਹੋ ਗਿਆ ਤਾਂ ਸਾਰਾ ਠੁੱਲਾ ਉਸ ਕਲਮੂਹੀ ਦੇ ਸਿਰ ਹੀ ਫੁੱਟਣਾ ਹੈ। ਉਹਨੇ ਆਪਣੇ ਮੋਏ ਪਤੀ ਤੇ 6 ਮਹੀਨਿਆਂ ਦੀ ਬੱਚੀ ਦੇ ਵਾਸਤੇ ਪਾ ਕੇ ਉਹਨੂੰ ਤਰਨਤਾਰਨ ਡਿਊਟੀ ਤੇ ਹਾਜ਼ਰ ਹੋਣ ਤੋਂ ਰੋਕਿਆ ਸੀ। ਹਾਲੇ ਤਾਂ ਸਤਿੰਦਰ ਦਾ ਸੇਵਾ ਵੀ ਠੰਡਾ ਨਹੀਂ ਸੀ ਹੋਇਆ, ਕਿਧਰੇ ਹੋਰ ਸੇਵਾ ਬਲ ਉੱਠਿਆ। ਫਿਰ ਕੀ ਬਣੇਗਾ ਉਹਦੀ ਦੁੱਧ ਚੁੰਗਦੀ ਬੱਚੀ ਦਾ, ਬੁੱਢੀ ਮਾਂ ਦਾ ਤੇ ਬਲਦੇਵ ਦੇ ਬੱਚਿਆਂ ਦਾ ਕੀ ਬਣੇਗਾ। ਸਤਿੰਦਰ ਦੇ ਮਰਦਿਆਂ ਹੀ ਉਹਨਾਂ ਦਾ ਵਸਦਾ ਰਸਤਾ ਘਰ ਖੇਰੂ ਹੋ ਗਿਆ। ਬੁੱਢਾ ਸਹੁਰਾ ਕਰਫਿਊ 'ਚ ਦਮ ਤੋੜ ਗਿਆ। ਨਿੱਤ ਦੀਆਂ ਧਮਕੀਆਂ ਤੋਂ ਤੰਗ ਆ ਕੇ ਉਹਦਾ ਜੇਠ ਘਰ ਨੂੰ ਜੰਦਰਾ ਲਾ ਕੇ ਦਿੱਲੀ ਦੇ ਕਿਸੇ ਮੰਦਿਰ 'ਚ ਜਾ ਬੈਠਾ। ਉਸ ਕੋਲ ਆਪਣੇ ਟੱਬਰ ਦਾ ਢਿੱਡ ਭਰਨ ਦਾ ਵਸੀਲਾ ਨਹੀਂ ਸੀ। ਉਹ ਵਿਧਵਾ ਭਰਜਾਈ ਤੇ ਬੱਚੀ ਦੇ ਭਾਰ ਨੂੰ ਕਿਵੇਂ ਢੋਏ। ਹੱਥ 'ਚ 20,000 ਦਾ ਸਰਕਾਰੀ ਚੈੱਕ ਤੇ ਕੁੱਛੜ 'ਚ ਬੱਚੀ ਚੁੱਕੀ ਉਹ ਬਲਦੇਵ ਦਾ ਦਰਵਾਜ਼ਾ ਨਾ ਖੜਕਾਉਂਦੀ ਤਾਂ ਕਿੱਧਰ ਜਾਂਦੀ। ਉਹਦੇ ਨਿੱਤ ਦੇ ਕੀਰਨਿਆਂ ਨੇ ਬਲਦੇਵ ਨੂੰ ਚੰਡੀਗੜ੍ਹ ਤੋਰਿਆ ਸੀ। ਉਹਦਾ ਕਾਲਾ ਪਰਛਾਵਾਂ ਕਿਧਰੇ ਬਲਦੇਵ ਨੂੰ ਹੀ ਬਲੁੰਦਰ ਗਿਆ ਤਾਂ ਉਹ ਕਿਸੇ ਦੇ ਵੀ ਮੂੰਹ ਲੱਗਣ ਜੋਗੀ ਨਹੀਂ ਰਹੇਗੀ। ਸਰੋਜ ਨੂੰ ਬਲਦੇਵ ਦੀ ਗੈਰ ਹਾਜ਼ਰੀ ਚੁੱਭ ਤਾਂ ਰਹੀ ਸੀ, ਪਰ ਡਰਾ ਨਹੀਂ ਸੀ ਰਹੀ। ਉਹ ਕਿਸੇ ਪਰਾਏ ਨਾਲ ਨਹੀਂ, ਗੁਰੂਆਂ ਵਰਗੇ ਦੋਸਤ ਸੁਰਜੀਤ ਨਾਲ ਗਿਆ ਸੀ। ਸੁਰਜੀਤ ਦੀ ਮੁੱਖ ਮੰਤਰੀ ਕੋਲ ਇੰਨੀ ਪਹੁੰਚ ਸੀ, ਜੋ ਚਾਹੇ ਹੱਥ ਫੜ ਕੇ ਲਿਖਾ ਲਿਆਵੇ। ਫਿਰ ਬਲਦੇਵ ਕਿਹੜਾ DC ਲੱਗਿਆ, ਇੱਕ ਮਾਮੂਲੀ ਜਿਹਾ ਅਧਿਆਪਕ ਹੈ। DO ਨੇ ਪਤਾ ਨਹੀਂ DPI ਨੂੰ ਕਿਹੋ ਜਿਹੀ ਪੱਟੀ ਪੜਾਈ ਸੀ ਕਿ ਸੁਰਜੀਤ ਵੱਲੋਂ ਕਰਾਏ 3 ਵਜ਼ੀਰਾਂ ਦੇ ਟੈਲੀਫੋਨਾਂ ਦਾ ਵੀ ਉੱਥੇ ਅਸਰ ਨਹੀਂ ਸੀ ਹੋਇਆ। ਅੱਗੋਂ ਮੁੱਖ ਮੰਤਰੀ ਦੀ ਸ਼ਿਕਾਇਤ ਦੀ ਰੱਟ ਲਾ ਰੱਖਦਾ ਸੀ। ਉਹ ਮੁੱਖ ਮੰਤਰੀ ਦੇ ਹਲਕੇ ਦੇ ਬੰਦੇ ਹਨ। ਕੀ ਪਤਾ ਮੁੱਖ ਮੰਤਰੀ ਨੂੰ ਸੱਚਮੁੱਚ ਕੋਈ ਗਿਲਾ ਹੋਵੇ। ਸੋਚ ਕੇ ਵਜ਼ੀਰਾਂ ਦੀ ਬੜਕ ਮੱਠੀ ਪੈ ਜਾਂਦੀ। ਸੁਰਜੀਤ ਤੋਂ ਨਾਲੇ ਮੁੱਖ ਮੰਤਰੀ ਕਿਹੜਾ ਬਾਹਰ ਹੈ। ਉਹ ਚਾਹੇ ਤਾਂ ਭਾਵੇਂ ਕਿਸੇ ਨੂੰ ਚੇਅਰਮੈਨ ਲਗਵਾ ਦੇਵੇ, ਤੇ ਜੇ ਸੁਰਜੀਤ ਮੁੱਖ ਮੰਤਰੀ ਨੂੰ ਛੱਡ ਕੇ ਉਹਨਾਂ ਕੋਲ ਆਇਆ ਤਾਂ ਕੋਈ ਗੜਬੜ ਜ਼ਰੂਰ ਹੈ। ਮੁੱਖ ਮੰਤਰੀ ਸੀ ਕਿ ਉਹਦਾ ਚੰਡੀਗੜ੍ਹ ਪੱਬ ਹੀ ਨਹੀਂ ਸੀ ਪੈਂਦਾ। ਇੱਕ ਲੱਤ ਦਿੱਲੀ ਹੁੰਦੀ, ਦੂਜੀ ਪਟਿਆਲੇ ਜਾਂ ਅੰਮ੍ਰਿਤਸਰ। ਕਦੇ ਇਰਾਦੀ ਕਮਿਸ਼ਨ ਦੀ ਰਿਪੋਰਟ ਦਾ ਰੌਲਾ, ਕਦੇ ਖਿੰਡਰਈ ਪਾਰਟੀ ਨੂੰ ਸੰਭਾਲਣ ਦਾ ਫਿਕਰ ਤੇ ਕਦੇ ਅੱਤਵਾਦੀਆਂ ਹੱਥੋਂ ਮਰੇ ਲੋਕਾਂ ਦੇ ਪਰਿਵਾਰਾਂ ਦੇ ਹੰਝੂ ਪੂੰਝਣ ਤੇ ਚੈੱਕ ਕੇ ਭੇਂਟ ਕਰਨ ਦੀ ਰਸਮ। ਉਹ ਚੰਡੀਗੜ੍ਹ ਜਾਂਦੇ, ਮੰਤਰੀ ਜੀ ਦਿੱਲੀ ਤੁਰ ਜਾਂਦੇ। ਉਹ ਵਾਪਸ ਮੁੜਦੇ, ਮੰਤਰੀ ਜੀ ਚੰਡੀਗੜ੍ਹ ਆ ਵੜਦੇ। ਇਸ ਲੁੱਕਣ ਮੀਚੀ 'ਚ ਉਹਨਾਂ ਦੇ 4 ਚੱਕਰ ਲੱਗ ਚੁੱਕੇ ਸਨ। ਇਸ ਵਾਰ ਉਹਨਾਂ ਫੈਸਲਾ ਕੀਤਾ ਸੀ ਉਹ ਕੰਮ ਕਰਕੇ ਮੁੜਨਗੇ, ਭਾਵੇਂ 20 ਦਿਨ ਬੈਠਣਾ ਪਏ। ਸਰੋਜ ਨੂੰ ਪਤਾ ਸੀ ਕੰਮ ਬਣਿਆ ਨਹੀਂ ਹੋਣਾ। ਹੁਕਮ ਹੋ ਗਿਆ ਹੁੰਦਾ ਤਾਂ ਉਹ ਗੋਲੀ ਵਾਂਗ ਘਰ ਪੁੱਜਦੇ। ਉਹ ਕਿਹੜਾ ਰੋਕੜ ਲੈ ਕੇ ਗਿਆ ਵੀ ਬੈਠੇ ਖਾਈ ਜਾਣਗੇ। ਸਾਰਾ 1000 ਰੁਪਇਆ ਸੀ ਉਸ ਕੋਲ। ਬਲਦੇਵ ਦੀ ਕਾਰ ਨੇ ਜਦੋਂ ਘਰ ਅੱਗੇ ਆ ਕੇ ਬ੍ਰੇਕਾਂ ਮਾਰੀਆਂ ਤਾਂ ਸਾਰੇ ਪਾਸੇ ਭੱਜ ਦੌੜ ਮਚ ਗਈ। ਖੁਸ਼ਖਬਰੀ ਸੁਣਨ ਲਈ ਸਾਰਾ ਟੱਬਰ ਚਬੂਤਰੇ ਤੇ ਆ ਖੜੋਤਾ। ਪਰ ਸਿਰ ਸੁੱਟੀ ਬਲਦੇਵ ਜਦੋਂ ਬੈਠਕ 'ਚ ਵੜਿਆ ਤਾਂ ਸਾਰਿਆਂ ਦੇ ਚਿਹਰਿਆਂ ਤੇ ਪਲਿੱਤਨ ਛਾ ਗਈ। ਬਲਦੇਵ ਦੇ ਛੱਥਰਾ ਬਣੇ ਵਾਲ, ਛੋਟੀ ਦਾੜੀ 'ਚ ਚਮਕਦੇ ਮਿੱਟੀ ਦੇ ਕਿਣਕੇ, ਕਾਲਰਾਂ ਤੇ ਜੰਮੀ ਮੈਲ ਤੇ ਮੱਥੇ ਦੀਆਂ ਤਿਊੜੀਆਂ ਵੇਖ ਕੇ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਸੀ। ਮੂੰਹ ਲਟਕਾਈ ਚੰਨੀ ਪਾਣੀ ਧਾਣੀ ਦਾ ਇੰਤਜ਼ਾਮ ਕਰਨ ਲਈ ਰਸੋਈ 'ਚ ਜਾ ਵੜੀ। ਸਰੋਜ ਕਾਰ ਦੇ ਕਿਰਾਏ ਦਾ ਇੰਤਜ਼ਾਮ ਕਰਨ ਲਈ
ਫਰੰਕ ਪੇਟੀਆਂ ਫਰੋਲਣ ਲੱਗੀ। ਉਹਨੂੰ ਪਤਾ ਸੀ 1000 ਰੁਪਇਆ ਤੱਕ ਕਦੋਂ ਦਾ ਉੱਡ ਗਿਆ ਹੋਣਾ ਹੈ। ਚੰਡੀਗੜ੍ਹ ਤੁਰਨ ਤੋਂ ਪਹਿਲਾਂ ਬਾਰ-ਬਾਰ ਉਹਨਾਂ ਮੰਤਰੀ ਦੇ ਉੱਥੇ ਰਹਿਣ ਦੀ ਤਸੱਲੀ ਕੀਤੀ ਸੀ। ਉਹਨਾਂ ਨੂੰ ਯਕੀਨ ਸੀ ਸ਼ਾਮ ਤੱਕ ਆਰਡਰ ਲੈ ਕੇ ਮੁੜ ਆਉਣਾ ਸੀ। ਕੀ ਪਤਾ ਸੀ ਜਾਂਦਿਆਂ ਹੀ ਕਿਸੇ ਸਾਬਕਾ ਮੰਤਰੀ ਦੇ ਕਤਲ ਦੀ ਖਬਰ ਮਿਲਣੀ ਸੀ ਤੇ ਮੁੱਖ ਮੰਤਰੀ ਨੇ ਸੰਸਕਾਰ ਲਈ ਤੁਰ ਜਾਣਾ ਸੀ ਤੇ ਉੱਥੇ ਹੀ ਉਹਨਾਂ ਨੂੰ ਵਜ਼ਾਰਤ ਦੇ ਭੋਗ ਪੈਣ ਦੀ ਸੂਹ ਲੱਗੀ ਤੇ ਉਹ ਮੰਤਰੀਆਂ ਦਾ ਜਹਾਜ਼ ਭਰ ਕੇ ਦਿੱਲੀ ਨੂੰ ਤੁਰ ਪਏ। ਇੱਕ-ਇੱਕ ਕਰਕੇ ਮੁੱਖ ਮੰਤਰੀ ਨੂੰ 5ਵਾਂ ਦਿਨ ਸੀ ਦਿੱਲੀ 'ਚ ਟਿਕਿਆ। ਹਨੂਮਾਨ ਦੀ ਪੂਛ ਵਾਂਗ ਮੰਤਰੀ ਜੀ ਦਾ ਦਿੱਲੀ ਦਾ ਦੌਰਾ ਵੱਧਦਾ ਹੀ ਜਾ ਰਿਹਾ ਸੀ ਤੇ ਜਦੋਂ ਬਿਲਕੁਲ ਹੀ ਜੇਬ ਖਾਲੀ ਹੋ ਗਈ ਤਾਂ ਮੁੜਨ ਤੋਂ ਬਿਨਾਂ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ। ਉਹ ਤਾਂ ਸੁਰਜੀਤ ਹੋਟਲ ਦਾ ਪੱਕਾ ਗਾਹਕ ਸੀ, ਇਸ ਲਈ ਉਹਨਾਂ ਥੋੜੀ ਬਹੁਤ ਰਿਆਇਤ ਵੀ ਕੀਤੀ ਤੇ ਕੁਝ ਉਧਾਰ ਵੀ। ਹੁਣ ਕਾਰ ਵਾਲੇ ਨਾਲ ਤਾਂ ਉਧਾਰ ਨਹੀਂ ਸੀ ਪੁੱਗਣਾ। ਮਜ਼ਦੂਰ ਬੰਦੇ ਨੇ ਉਹ ਕਮਾਉਣਾ ਤੇ ਉਹ ਖਾਣਾ। 700-800 ਦਾ ਵੱਧ ਦਾ ਇੰਤਜ਼ਾਮ ਨਾ ਹੁੰਦਾ ਵੇਖ ਕੇ ਸਰੋਜ ਬਲਦੇਵ ਨੂੰ ਇਸ਼ਾਰਾ ਕਰਨ ਲਈ ਮਜਬੂਰ ਸੀ। ਬੈਂਕ ਦੀ ਕਾਪੀ 'ਚ ਤਾਂ ਸਾਰੇ 5 ਰੁਪਏ ਬਚਦੇ ਸੀ। ਮਹੀਨੇ ਤੋਂ ਗੈਰ ਹਾਜ਼ਰੀ ਸੀ, ਇਸ ਲਈ ਤਨਖਾਹ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁੱਧ ਵਾਲਿਆਂ ਤੋਂ ਐਡਵਾਂਸ ਫੜ ਕੇ ਉਹਨੇ ਘਰ ਦਾ ਖਰਚ ਚਲਾਇਆ। ਉਹ ਵੀ ਤਾਂ ਉਹਨਾਂ ਵਰਗੇ ਹੀ ਮੁਲਾਜ਼ਮ ਸਨ, ਵਾਰੀ-ਵਾਰੀ ਕਿੱਥੋਂ ਦੇਣ। ਸੁਰਜੀਤ ਨੂੰ ਕੱਲਾ ਬੈਠਾ ਵੇਖ ਕੇ ਮਾਂ ਤੋਂ ਰਿਹਾ ਨਾ ਗਿਆ। ਹਾਲਾਤ ਦਾ ਜਾਇਜ਼ਾ ਲੈਣ ਲਈ ਉਹ ਸੁਰਜੀਤ ਕੋਲ ਆ ਬੈਠੀ। ਕਿਉਂ ਪੁੱਤ ਫਿਰ ਮਿਲਿਆ ਨਹੀਂ ਵਜ਼ੀਰ? ਕੀ ਬਣਿਆ ਬਦਲੀ ਦਾ? ਔਂਤਰਾ ਅਫਸਰ ਇਹੋ ਜਿਹਾ ਮਗਰ ਪਿਆ, ਪੁੱਠੇ ਦਿਨ ਆ ਗਏ ਸਾਡੇ। ਸੋਫੇ ਨਾਲ ਢਾਸਣਾ ਲਾਈ ਤੇ ਲੱਤਾਂ ਨੂੰ ਮੇਜ਼ ਤੇ ਸਜਾਈ ਉਂਘ ਰਿਹਾ ਸੁਰਜੀਤ ਬੁੱਢੀ ਦੇ ਬੋਲ ਸੁਣ ਕੇ ਤਰਪ ਗਿਆ। ਤੂੰ ਫਿਕਰ ਨਾ ਕਰ ਮਾਂ, ਜਿੰਨਾ ਚਿਰ ਮੈਂ ਬੈਠਾ ਬਲਦੇਵ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਜਿਸ ਦਿਨ ਵੀ ਮੰਤਰੀ ਮਿਲ ਗਿਆ ਹਿੱਕ 'ਚ ਗੋਡਾ ਦੇ ਕੇ ਕੰਮ ਕਰਾਉਂ। ਬੁੱਢੀ ਦੇ ਅੰਦਰ ਧਸੀਆਂ ਅੱਖਾਂ 'ਚ ਨਮੀ ਦੇਖ ਕੇ ਸੁਰਜੀਤ ਦਾ ਵੀ ਗੱਚ ਭਰ ਆਇਆ। ਆਪਣੀ ਲੰਮੀ ਦਾੜੀ ਤੇ ਹੱਥ ਫੇਰ ਕੇ ਤੇ ਮੁੱਛਾਂ ਨੂੰ ਤਾਹ ਦੇ ਕੇ ਉਹਨੇ ਆਪਣੇ ਆਪ ਨੂੰ ਸੰਭਾਲਿਆ ਤੇ ਬੁੱਢੀ ਦੇ ਹੌਸਲੇ ਬੁਲੰਦ ਕਰਨ ਲਈ ਗੜਕਿਆ। ਮੈਂ ਉਸ ਬੇਈਮਾਨ ਅਫਸਰ ਨੂੰ ਵੀ ਝੋਟੀਆਂ ਚੁੰਘਾ ਕੇ ਛੱਡੂ ਜੇ ਉਹਦੇ ਗੁਰਦਾਸਪੁਰ ਦੇ ਆਰਡਰ ਨਾ ਕਰਾਏ ਤਾਂ ਮਾਂ ਮੈਨੂੰ ਸੁਰਜੀਤ ਨਾ ਆਖੀ। ਇਸ ਵਾਰੀ ਮਾਂ ਨੇ ਸੁਰਜੀਤ ਦੀ ਬੜਕ ਵੱਲ ਕੋਈ ਧਿਆਨ ਨਾ ਦਿੱਤਾ। ਹੌਲੀ-ਹੌਲੀ ਉਹਦੀਆਂ ਅੱਖਾਂ ਮਿਚ ਗਈਆਂ। ਉਹਦੇ ਸੱਜੇ ਹੱਥ 'ਚ ਫੜੀ ਮਾਲਾ ਦੇ ਮਣਕੇ ਤੇਜ਼ੀ ਨਾਲ ਹੇਠਾਂ ਉੱਪਰ ਹੋਣ ਲੱਗੇ। ਸੁਰਜੀਤ ਦੀਆਂ ਨਿਗਾਹਾਂ ਬੁੱਢੀ ਦੇ ਬੁੱਤ ਤੋਂ ਤਿਲਕ ਕੇ ਸਾਹਮਣੀ ਕੰਧ ਤੇ ਪਏ ਲੈਨਿਨ ਦੇ ਬੁੱਤ ਨਾਲ ਟਕਰਾਈਆਂ। ਹਾਲੇ ਤਾਂ ਤੂੰ ਬਲਦੇਵ ਨੂੰ ਝੋਟੀਆਂ ਚੁੰਘਾ ਰਿਹਾ ਹੈ। ਸੁਰਜੀਤ ਨੂੰ ਲੱਗਾ ਜਿਵੇਂ ਲੈਨਿਨ ਦਾ ਗੁਸੈਲ ਚਿਹਰਾ ਉਹਨੂੰ ਘੂਰ ਰਿਹਾ ਹੋਵੇ। ਨਾਲ ਦੇ ਕਮਰੇ 'ਚ ਹੁੰਦੀ ਘੁਸਰ ਮੁਸਰ ਵੀ ਬਲਦੇਵ ਨੂੰ ਝੰਜੋੜਨ ਲੱਗੀ। ਉਹ ਕੋਈ ਬੱਚਾ ਨਹੀਂ ਸੀ ਕਿ ਉਹਨੂੰ ਸਮਝ ਨਾ ਆਉਂਦੀ। ਬਣੀ ਭੱਜ ਨੱਠ ਕਿਸ ਕੰਮ ਲਈ ਹੋ ਰਹੀ ਹੈ। ਸਾਰਾ ਜ਼ੋਰ ਲਾ ਕੇ ਵੀ ਉਹ ਕਿਰਾਇਆ ਇਕੱਠਾ ਕਰਨ 'ਚ ਸਫਲ ਨਹੀਂ ਸੀ ਹੋ ਰਹੇ। ਕਿਰਾਏ ਲਈ ਚੱਲਦੇ ਸੰਘਰਸ਼ ਨੂੰ ਵੇਖ ਕੇ ਬਲਦੇਵ ਨੂੰ ਲੱਗਾ ਜਿਵੇਂ 15 ਸਾਲਾਂ ਬਾਅਦ ਉਸ ਹੱਥੋਂ ਇੱਕ ਹੋਰ ਕਤਲ ਹੋਇਆ ਹੋਵੇ। ਐਤਕੀ ਕਿਸੇ ਬਗਾਨੇ ਦਾ ਨਹੀਂ, ਸਗੋਂ ਪੁੱਤਰਾਂ ਭਰਾਵਾਂ ਤੇ ਪਿਓ ਵਰਗੇ ਬਲਦੇਵ ਦਾ, ਉਹਦੇ ਸਹਾਰੇ ਜੂਝਦੇ ਪਰਿਵਾਰ ਦੀਆਂ ਆਸਾਂ ਦਾ, ਉਹਨਾਂ ਦੇ ਸੁਖਾਵੇਂ ਭਵਿੱਖ ਦਾ। ਉਹ ਵੀ ਜ਼ਮਾਨਾ ਸੀ ਜਦੋਂ ਇੱਕ ਉੱਜਲ ਭਵਿੱਖ ਤੇ ਜਮਾਤ ਰਹਿਤ ਸਮਾਜ ਦਾ ਸੁਪਨਾ ਲੈ ਕੇ ਸੁਰਜੀਤ ਅੰਡਰਗਰਾਉਂਡ ਹੋਇਆ ਸੀ। ਦਿਨਾਂ 'ਚ ਹੀ ਆਪਣੀ ਦਲੇਰੀ ਸੂਝ-ਬੂਝ ਤੇ ਕੰਮ ਕਰਨ ਦੀ ਸਮਰੱਥਾ ਦੇ ਸਿਰ ਤੇ ਉਹ 2 ਜ਼ਿਲ੍ਹਿਆਂ ਦਾ ਆਰਗੇਨਾਈਜ਼ਰ ਬਣ ਗਿਆ ਸੀ। MSc ਦੀ ਪੜ੍ਹਾਈ ਵਿੱਚ ਛੱਡ ਕੇ ਬਲਦੇਵ ਨੇ ਹੋਸਟਲਾਂ 'ਚ ਜੁੜਦੀਆਂ ਮਹਿਫਲਾਂ ਦੀ ਗਿਣਤੀ ਵਧਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸਾਰੀ ਯੂਨੀਵਰਸਿਟੀ ਹੀ ਰੋਸ਼ਨੀ ਗਈ, ਜਦੋਂ ਬਲਦੇਵ ਉਹਨੂੰ ਪੁੱਤਾਂ ਵਰਗਾ ਲੱਗਦਾ ਸੀ। ਆਪਣਾ ਸਹੀ ਵਾਰਿਸ ਕਿੰਨੇ ਹੀ ਨੌਜਵਾਨ ਲੈ ਕੇ ਬਲਦੇਵ ਸੁਰਜੀਤ ਨਾਲ ਆ ਰਲਿਆ ਸੀ। ਵਾਹਣਾਂ 'ਚ ਸੱਪਾਂ ਦੀਆਂ ਸਿਰੀਆਂ ਮਿੱਧਦਾ, ਕੁੱਲੀਆਂ 'ਚ ਚੀਥੜਿਆਂ 'ਚ ਸੌਂਦਾ, ਤੂੜੀ ਵਾਲੇ ਕੋਠਿਆਂ 'ਚ ਸਾਰਾ ਦਿਨ ਕਲਾਸਾਂ ਲਾਉਂਦਾ, ਤਪਦੀਆਂ ਭੱਠੀਆਂ ਅੱਗੇ ਖਲੋ ਕੇ ਮਜ਼ਦੂਰ ਜਥੇਬੰਦੀਆਂ ਕਾਇਮ ਕਰਦਾ। ਬਲਦੇਵ ਉਹਨੂੰ ਆਪਣੀ ਸੱਜੀ ਬਾਂਹ ਲੱਗਦਾ, ਬਰਾਬਰ ਦਾ ਭਾਈਵਾਲ। ਨਾ ਮੈਂ 200-400 ਰੁਪਏ ਮਹੀਨਾ ਵਿਆਹ ਲੈਣ ਵਾਲੇ ਹਟਵਾਣੀਏ ਨੂੰ ਪੂੰਜੀਪਤੀ ਸਮਝਦਾ ਤੇ ਨਾ ਹੀ ਸੀਰੀ ਰੱਖ ਕੇ ਖੇਤੀ ਕਰਨ ਵਾਲੇ ਨੂੰ ਜ਼ਗੀਰਦਾਰ। ਆਖਦਾ ਬਲਦੇਵ ਜਦੋਂ ਹਥਿਆਰ ਲੈਣ ਪਿੱਛੇ ਹਟਿਆ ਸੀ ਤਾਂ ਉਹਨਾਂ ਉਹਨੂੰ ਡਰਪੋਕ ਤੇ ਬੁਜ਼ਦਿਲ ਲਾ ਕੇ ਧਿੱਕਾਰ ਦਿੱਤਾ ਸੀ। ਪਿੱਛੋਂ 20 ਕਤਲਾਂ ਦੇ ਕੇਸ ਭੁਗਤਦਾ ਸੁਰਜੀਤ ਜਦੋਂ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਸੜਦਾ ਸੀ ਤਾਂ ਬਲਦੇਵ ਦੀਆਂ ਗੱਲਾਂ ਵਿੱਚੋਂ ਉਹਨੂੰ ਸਿਆਣੇ ਪਿਓ ਵਰਗੀ ਸਮਝ ਆਉਂਦੀ ਸੀ। ਇਹੋ ਜਿਹੇ ਸਾਥੀ ਦਾ 10,000 ਕਾਰਾਂ, ਹੋਟਲਾਂ ਤੇ ਵਿਸਕੀਆਂ ਤੇ ਖਰਾਬ ਕਰਾ ਕੇ ਅੱਜ ਕੱਲ੍ਹ ਸੁਰਜੀਤ ਕਿਸ ਕਿਸਮ ਦੀ ਲੋਕ ਸੇਵਾ 'ਚ ਲੱਗਾ ਸੀ। ਇਨਕਲਾਬੀਆਂ ਦੀ ਪੋਲਟ ਬਿਊਰੋ ਤੱਕ ਅੱਪੜਿਆ ਸੁਰਜੀਤ ਤਾਂ ਜੇਲੋਂ ਜਥੇਦਾਰ ਬਣ ਕੇ ਨਿਕਲਿਆ, ਪਰ ਬਾਹਰ ਬੈਠੇ ਬਲਦੇਵ ਦੀ ਲੜਾਈ ਉਸੇ ਤਰ੍ਹਾਂ ਜਾਰੀ ਸੀ। ਉਹ ਚਾਹੁੰਦਾ ਤਾਂ ਉਹ FCI 'ਚ ਜਾ ਕੇ ਲੱਖਾਂ ਰੁਪਏ ਕਮਾ ਸਕਦਾ ਸੀ, ਇੱਕ ਅੱਧ ਭੇਦ ਦੇ ਕੇ ਥਾਣੇਦਾਰ ਭਰਤੀ ਹੋ ਸਕਦਾ ਸੀ, ਪਰ ਉਹਨੂੰ ਅਧਿਆਪਕ ਬਣਨਾ ਹੀ ਚੰਗਾ ਲੱਗਾ। ਸਾਰੀ ਉਮਰ 'ਚ 5-6 ਬੂਟੇ ਹੀ ਲਾ ਦਿੱਤੇ ਤਾਂ ਉਹਦੀ ਪ੍ਰਾਪਤੀ ਹੋਏਗੀ, ਉਹ ਆਖਿਆ ਕਰਦਾ ਸੀ।
ਪ੍ਰਾਪਤੀ ਦੇ ਉਹਦੇ ਯਤਨ ਅਫਸਰਾਂ ਤੇ ਧਾਰਮਿਕ ਜਥੇਬੰਦੀਆਂ ਦੀਆਂ ਅੱਖਾਂ ਵਿੱਚ ਰੜਕਣ ਲੱਗੇ। ਇਹ ਤਾਂ ਬੱਚਿਆਂ ਨੂੰ ਪੁੱਠੀ ਸਿੱਖਿਆ ਦਿੰਦਾ ਹੈ, ਨਾਸਤਕ ਤੇ ਅਧਰਮੀ ਬਣਾਉਂਦਾ ਹੈ। ਪੰਚਾਇਤ ਦੀ ਇਹੋ ਜਿਹੀ ਇੱਕ ਸ਼ਿਕਾਇਤ ਤੇ ਉਹਨੂੰ ਸਕੂਲੋਂ ਬੁਲਾ ਕੇ ਦਫ਼ਤਰ 'ਚ ਲਾਇਆ ਗਿਆ ਸੀ। ਨਵੇਂ ਆਏ ਡੀਓ ਨੂੰ ਉਹਦੀ ਕਲਰਕੀ ਵੀ ਮੇਚ ਨਹੀਂ ਸੀ। ਉਹਦੀ ਕੀ ਮਜਾਲ, ਉਹ ਅਫਸਰਾਂ ਦੀਆਂ ਮੱਝਾਂ ਲਈ ਸੋਇਆਬੀਨ ਦਾ ਤੇਲ ਤੇ ਦਲੀਏ ਦੀਆਂ ਬੋਰੀਆਂ ਨਾ ਘੱਲੇ। ਇਸੇ ਸਹਾਰੇ ਤਾਂ ਉਹਨੇ ਪਿਛਲੇ ਸਟੇਸ਼ਨ ਤੇ ਐਸਡੀਐਮ ਤੇ ਜੱਜਾਂ ਨੂੰ ਖੁਸ਼ ਕਰਕੇ ਲੱਖਾਂ ਦੇ ਕੰਮ ਕਢਾਏ ਸਨ। ਇਹ ਨਹੀਂ ਤਾਂ ਉਹਦੀ ਪਤਨੀ ਲਈ ਵਿਸ਼ੇਸ਼ ਤੌਰ ਤੇ ਮੰਗਵਾਈਆਂ ਦਵਾਈਆਂ ਦੇ ਬਿੱਲ ਪਾਸ ਕਰਨਾ ਤਾਂ ਉਹਦਾ ਇਖਲਾਕੀ ਫਰਜ਼ ਸੀ। ਹੋਰ ਇਹੋ ਜਿਹੇ ਫੰਡ ਕੀ ਅੱਗ ਲਾਉਣੇ ਆ? ਕਿਸ ਕੋਲ ਵਕਤ ਹੈ ਸਕੂਲਾਂ 'ਚ ਬੈਠ ਕੇ ਭੱਠੀ ਚੜਾਏ ਤੇ ਪੰਜੀਰੀ ਬਣਾ ਕੇ ਬੱਚਿਆਂ ਨੂੰ ਖਵਾਏ। 15ਵੇਂ ਦਿਨੀ ਬੱਚਿਆਂ ਦਾ ਦਲੀਏ ਨਾਲ ਝੋਲਾ ਭਰਨ ਦੀ ਉਹਦੀ ਸਕੀਮ ਤੇ ਬਲਦੇਵ ਨੇ ਝੋਟੇ ਵਾਂਗ ਸਿਰ ਹਿਲਾਤਾ ਸੀ। ਸੀਓ ਦੇ ਲਿਖਾਰੀ ਦੋਸਤਾਂ ਦੀਆਂ ਕਿਤਾਬਾਂ ਉੱਤੇ ਫਿਰਕੂ ਤੇ ਪੱਖ ਜਾਤੀ ਲਿਖ ਦੇਣਾ ਤਾਂ ਗੁਸਤਾਖੀ ਦੀ ਹੱਦ ਹੀ ਸੀ। ਦੋਹਾਂ ਅਫਸਰਾਂ ਨੇ ਮਤਾ ਪਕਾਇਆ। 3 ਦਿਨ ਚੰਡੀਗੜ੍ਹ ਬੈਠ ਕੇ ਉਹਨਾਂ ਖੁਦ ਉਹਦੀ ਬਦਲੀ ਦੀ ਫਾਈਲ ਤਿਆਰ ਕਰਵਾਈ। ਜਦੋਂ ਤਰਨ ਜਾਏਗਾ ਤਾਂ ਆਪੇ ਨਾਨੀ ਯਾਦ ਆ ਜਾਏਗੀ। ਉੱਥੇ ਬੈਠਾ ਟਿਊਸ਼ਨਾਂ ਕਰਦਾ ਹੈ, ਦੁੱਧ ਵੇਚਦਾ ਹੈ, ਤਾਂ ਹੀ ਅਫਰਿਆ ਬੈਠਾ ਹੈ। ਇਹੋ ਜਿਹੇ ਬਗਾਵਤੀ ਬੀਜ ਦਾ ਦਫ਼ਤਰ 'ਚ ਵਧਣਾ ਫੁੱਲਣਾ ਕਿਸੇ ਲਈ ਵੀ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਆਪੇ ਉੱਤੇ ਕਿਸੇ ਗੋਲੀ ਦਾ ਸ਼ਿਕਾਰ ਹੋ ਜਾਊ, ਉਹਨਾਂ ਦਾ ਵਿਚਾਰ ਸੀ। ਬਲਦੇਵ ਬਲਦੀ ਅੱਗ 'ਚ ਜਾਣੋਂ ਨਹੀਂ ਸੀ ਡਰਦਾ। ਉਹਨੂੰ ਤਾਂ ਮਸਾ ਪੈਰਾਂ ਸਿਰ ਹੋਈ ਆਰਥਿਕਤਾ ਦੇ ਖਿੰਡਣ ਦਾ ਇੱਕੋ ਇੱਕ ਡਰ ਸੀ, ਜਾਂ ਕੁਝ ਫਿਕਰ ਉਹਨੂੰ ਚੰਨੀ ਦੀ ਮਾਨਸਿਕ ਅਵਸਥਾ ਦਾ ਸੀ। ਖਾਲੀ ਹੱਥੀਂ ਪਰਤੀ ਚੰਨੀ ਬਲਦੇਵ ਦੇ ਉੱਧਰ ਜਾਣ ਦੀ ਗੱਲ ਸੁਣਦੀ ਹੀ ਰੋਣ ਲੱਗਦੀ ਸੀ। ਕਈ ਵਾਰ ਉਹਨੂੰ ਗਸ਼ਾਂ ਪੈ ਚੁੱਕੀਆਂ ਸੀ। ਕਈ ਵਾਰ ਰਾਤ ਨੂੰ ਬੜਬੜਾ ਉੱਠਦੀ ਸੀ। ਸਭ ਕੁਝ ਸੋਚ ਸਮਝ ਕੇ ਉਹਨੇ ਸੁਰਜੀਤ ਦਾ ਦਰਵਾਜ਼ਾ ਖੜਕਾਇਆ ਸੀ। ਅਕਾਲੀਆਂ ਨਾਲ ਜੇਲ੍ਹ 'ਚ ਰਹਿ ਕੇ ਸੁਰਜੀਤ ਦੀ ਬਹੁਤ ਪੁੱਛ ਪੜਤਾਲ ਹੋ ਗਈ ਸੀ। ਐਮਰਜੈਂਸੀ ਦੇ ਦਿਨਾਂ 'ਚ ਉਹ ਤੇ ਮੁੱਖ ਮੰਤਰੀ ਇੱਕੋ ਜੇਲ੍ਹ 'ਚ ਬੰਦ ਰਹੇ ਸਨ। ਉਹਨੂੰ ਯੂਥ ਵਿੰਗ ਖੜਾ ਕਰਨ ਲਈ ਉਸ ਵਰਗੇ ਜੁਝਾਰੂ ਵਰਕਰਾਂ ਦੀ ਲੋੜ ਸੀ ਤੇ ਉਹਨਾਂ ਨੂੰ ਬਾਹਰ ਆਉਣ ਦੀ ਇਸੇ ਲੋੜ ਨੇ ਉਹਨਾਂ ਦਾ ਸਮਝੌਤਾ ਕਰਾਤਾ ਸੀ। ਸਿਆਸੀ ਸੂਝ ਤਾਂ ਸੁਰਜੀਤ ਨੂੰ ਪਹਿਲਾਂ ਹੀ ਘੱਟ ਨਹੀਂ ਸੀ। ਮੁੱਖ ਮੰਤਰੀ ਦੀ ਉਂਗਲ ਫੜ ਕੇ ਉਹ ਵੱਡੇ ਕਦਮ ਪੁੱਟਦਾ ਦਿਨਾਂ 'ਚ ਅਕਾਲੀ ਸਿਆਸਤ ਵਿੱਚ ਛਾ ਗਿਆ। ਕਿਹੜਾ ਵਜ਼ੀਰ ਜਾਂ ਚੇਅਰਮੈਨ ਸੀ ਜਿਸ ਨਾਲ ਉਹਨੇ ਕਦੇ ਨਾ ਕਦੇ ਜੇਲ੍ਹ ਨਹੀਂ ਸੀ ਕੱਟੀ। ਚੰਗੇ ਦਿਨ ਆਏ ਤਾਂ ਵਗਦੀ ਗੰਗਾ 'ਚ ਉਹਨੇ ਵੀ ਹੱਥ ਧੋ ਲਏ। ਉਹ ਮਕਾਨ ਜਿਹਨੂੰ ਕਦੇ ਪੁਲਿਸ ਨੇ ਖੰਡਰਾਂ 'ਚ ਬਦਲਿਆ ਸੀ, ਕੋਠੀ 'ਚ ਬਦਲ ਗਿਆ। ਜਿਨ੍ਹਾਂ ਖੇਤਾਂ 'ਚ ਪੁਲਿਸ ਨੇ ਅੱਗਾਂ ਲਾਈਆਂ ਸੀ ਉਹ ਫਾਰਮ ਬਦਲ ਗਏ। ਵਿਸਕੀਆਂ, ਮੁਰਗਿਆਂ ਤੇ ਕਾਰਾਂ ਦੇ ਝੂਟਿਆਂ ਨੇ ਸੁਰਜੀਤ ਦੀ ਗੋਗੜ ਖਾਸੀ ਬਾਹਰ ਲੈ ਆਂਦੀ। ਪੁਲਿਸ ਦੇ ਘੋੜਿਆਂ ਨੂੰ ਡਾਹ ਨਾ ਦੇਣ ਵਾਲਾ ਸੁਰਜੀਤ 4 ਕਦਮ ਤੁਰ ਕੇ ਹੀ ਹਫਣ ਲੱਗਦਾ ਸੀ। ਛੋਟੇ ਨੋਟਾਂ ਦੀ ਥਈ ਲਿਆ ਕੇ ਜਦੋਂ ਬਲਦੇਵ ਨੇ ਡਰਾਈਵਰ ਨੂੰ ਫੜਾਈ ਤਾਂ ਸੁਰਜੀਤ ਦੀ ਭੁੱਬ ਨਿਕਲਣ ਵਾਲੀ ਹੋ ਗਈ। ਬੱਚਿਆਂ ਦੇ ਗੱਲੇ ਫੋਲੇ ਗਏ ਸਨ ਤੇ ਭਗਵਾਨ ਦਾ ਖਜ਼ਾਨਾ ਲੁੱਟਿਆ ਗਿਆ ਲੱਗਦਾ ਸੀ। ਸੁਰਜੀਤ ਨੂੰ ਲੱਗਾ ਇੱਕ ਵਾਰ ਫੇਰ ਉਹ ਬਲਦੇਵ ਕੋਲੋਂ ਹਾਰ ਗਿਆ ਹੈ। ਉਹਨੂੰ ਕੀ ਹੱਕ ਸੀ? ਉਹ ਬਹਿਰਿਆਂ ਤੇ ਡਰਾਈਵਰ ਨਾਲ ਬੈਠ ਕੇ ਸ਼ਰਾਬ ਪੀਂਦਾ, ਧੋਬੀਆਂ ਤੋਂ ਕੱਪੜੇ ਧੋਂਦਾ, ਵੰਨ-ਸੁਵੰਨੇ ਖਾਣਿਆਂ ਦੇ ਸਵਾਦ ਚੱਖਦਾ। ਉਹ ਬੱਸ 'ਚ ਨਹੀਂ ਜਾ ਸਕਦਾ ਸੀ, ਧਰਮਸ਼ਾਲਾ 'ਚ ਰਹਿ ਕੇ ਰੁੱਖੀ ਸੁੱਖੀ ਨਹੀਂ ਖਾ ਸਕਦਾ ਸੀ। ਉਹਦੀ ਅਕਲ ਕਿੱਥੇ ਗਈ ਸੀ ਜਦੋਂ ਬਲਦੇਵ ਵਰਗਾ ਨਾਸਤਿਕ ਆਦਮੀ ਮੰਗਲਵਾਰ ਤੇ ਵੀਰਵਾਰ ਆ ਕੇ ਸ਼ਰਾਬ ਪੀਣ ਤੋਂ ਟਲਦਾ ਸੀ। 2 ਰੁਪਏ ਦੇ ਕੇਲਿਆਂ ਨਾਲ ਢਿੱਡ ਭਰ ਕੇ 20 ਰੁਪਏ ਬਚਾਉਣ ਲਈ ਵਰਤਦਾ ਬਹਾਨਾ ਕੱਢਦਾ ਸੀ। ਰਹਿਣ ਦੇ ਬਲਦੇਵ, ਪਿੰਡ ਜਾ ਕੇ ਆਪੇ ਦੇ ਦਿਓ, ਆਖਦੇ ਸੁਰਜੀਤ ਨੇ ਨੋਟਾਂ ਦੀ ਥਈ ਡਰਾਈਵਰ ਤੋਂ ਫੜ ਕੇ ਬਲਦੇਵ ਦੀ ਜੇਬ 'ਚ ਅੜਾਉਣੀ ਚਾਹੀ। ਨਹੀਂ ਯਾਰ, ਹਾਲੇ ਤਾਂ ਤੇਰਾ ਹੋਰ ਕਰਜ਼ਾ ਵੀ ਰਹਿੰਦਾ ਹੈ, ਹੋਟਲ ਵਾਲੇ ਦੇ ਵੀ ਰਹਿੰਦੇ ਨੇ ਤੇ ਉਹ ਫੇਰ ਦੇਵਾਂਗਾ, ਕਿਰਾਇਆ ਤਾਂ ਦੇਣਾ ਹੀ ਹੈ। ਬਲਦੇਵ ਜਿੱਦ ਸੀ ਉਹਦੀ, ਭੱਜ ਨੱਠ ਲਈ। ਪੈਸਾ ਖਰਚ ਹੋਇਆ ਤਾਂ ਪੈਸੇ ਦੇਣ ਉਹਦਾ ਫਰਜ਼ ਹੈ। ਇਹੋ ਥੋੜਾ ਸੀ ਕਿ ਸੁਰਜੀਤ ਸਾਰੇ ਕੰਮ ਧੰਦੇ ਛੱਡ ਕੇ ਇਹੋ ਜਿਹੀਆਂ ਲੋਆਂ 'ਚ 15 ਦਿਨ ਉਹਦੇ ਨਾਲ ਫਿਰਦਾ ਰਿਹਾ ਸੀ। ਅਜੋਕੇ ਹਾਲਾਤਾਂ ਮੁਤਾਬਕ ਉਹਦੇ ਆਰਾਮ ਦਾ ਖਿਆਲ ਰੱਖਦਾ ਉਹਦਾ ਅਖਲਾਕੀ ਫਰਜ਼ ਸੀ। ਹੋਰ ਸ਼ਰਮਿੰਦਾ ਨਾ ਕਰ, 2-4 ਦਿਨਾਂ 'ਚ ਤੇਰੇ ਆਰਡਰ ਨਾ ਕਰਾ ਕੇ ਲਿਆਂਦੇ ਤਾਂ ਮੇਰਾ ਨਾਂ ਸੁਰਜੀਤ ਨਹੀਂ। ਆਰਡਰ ਵੀ ਤੈਨੂੰ ਘਰੇ ਬੈਠੇ ਹੀ ਆਉਣਗੇ, ਆਖਦੇ ਸੁਰਜੀਤ ਨੇ ਨੋਟਾਂ ਦੀ ਗੁੱਟੀ ਲੈਨਿਨ ਦੇ ਬੁੱਤ ਹੇਠਾਂ ਟਕਾਤੀ ਤੇ ਆਪ ਨੇਰੀ ਵਾਂਗ ਬੈਠਕ 'ਚੋਂ ਬਾਹਰ ਨਿਕਲ ਗਿਆ। ਇਸ ਤੋਂ ਪਹਿਲਾਂ ਕਿ ਬਲਦੇਵ ਪੈਸੇ ਮੋੜਨ ਜਾਂਦਾ, ਧੂੜਾਂ ਪੁੱਟਦੀ ਗੱਡੀ ਪਿੰਡ ਵਾਲਾ ਮੋੜ ਮੁੜ ਚੁੱਕੀ ਸੀ। ਜਿੰਨਾ ਚਿਰ ਸੁਰਜੀਤ ਕੋਲ ਰਿਹਾ ਬਲਦੇਵ ਦੇ ਹੌਸਲੇ ਬੁਲੰਦ ਰਹੇ। ਸੁਰਜੀਤ ਦਾ ਅਜੀਬ ਜਿਹਾ ਢੰਗ ਨਾਲ ਚਲੇ ਜਾਣਾ ਉਹਨੂੰ ਵੱਡ ਖਾਣ ਲੱਗਾ। ਸੁਰਜੀਤ ਦੇ ਜਾਂਦਾ ਹੀ ਹਾਰੇ ਜੁਆਰੀਏ ਵਾਂਗ ਬਲਦੇਵ ਸੋਫੇ ਤੇ ਢੇਰ ਹੋ ਗਿਆ। ਉਹਦਾ ਮੱਥਾ ਫਟਣ ਤੇ ਲੱਤਾਂ ਦੁਖਣ ਲੱਗੀਆਂ। ਪਛਤਾਵਾ ਉਹਦਾ ਪਿੱਛਾ ਨਹੀਂ ਸੀ ਛੱਡ ਰਿਹਾ। ਸਾਰਾ ਨਿੱਕ ਸੁੱਕ ਬਰਬਾਦ ਕਰਨ ਨਾਲੋਂ ਤਾਂ ਚੰਗਾ ਸੀ ਉਹ ਡਿਊਟੀ ਤੇ ਹੀ ਚਲਾ ਜਾਂਦਾ। ਪੂੰਜੀ ਤਾਂ ਹੱਥੋਂ ਨਾ ਗਿਰਦੀ, ਜਾਂ ਫਿਰ ਛੁੱਟੀ ਲੈ ਕੇ ਬੈਠ ਜਾਂਦਾ। ਟਿਊਸ਼ਨਾਂ ਤਾਂ ਨਾ ਖਿੰਡਦੀਆਂ, ਆਪੇ ਹੌਲੀ ਬਦਲੀ ਰੁਕ ਜਾਂਦੀ। ਹੁਣ ਤਾਂ ਉਹ ਸਾਰੇ ਪੱਤੇ ਹਾਰ ਚੁੱਕਾ ਸੀ, ਹੋਰ ਸੋਚਣਾ ਫਜ਼ੂਲ ਸੀ।
ਰਹਿ ਰਾਸ ਦਾ ਵੇਲਾ ਹੋ ਚੁੱਕਾ ਸੀ। ਘਰ ਦੀ ਨੁੱਕਰ 'ਚ ਬਣੇ ਛੋਟੇ ਜਿਹੇ ਮੰਦਰ 'ਚ ਟੱਲੀਆਂ ਖੜਕਣ ਲੱਗੀਆਂ। ਬੁੱਢੀ ਮਾਂ ਤੇ ਉਹਨੂੰ ਬਹੁਤਾ ਗਿਲਾ ਨਹੀਂ ਸੀ, ਪਰ ਅੰਤਰ ਧਿਆਨ ਹੋ ਕੇ ਆਰਤੀ ਗਾਉਂਦੀ ਚੰਨੀ ਤੇ ਉਹਨੂੰ ਅਫਸੋਸ ਸੀ। ਉਹਦੀ 10 ਸਾਲਾਂ ਦੀ ਮਿਹਨਤ ਮਿੱਟੀ 'ਚ ਮਿਲ ਗਈ ਸੀ। ਮਸਾਂ ਉਹਨੇ ਚੰਨੀ ਨੂੰ ਵਹਿਮਾਂ ਭਰਮਾਂ 'ਚੋਂ ਕੱਢਿਆ ਸੀ। ਨਿੱਤ ਉਹ ਨਵੀਆਂ ਸੁੱਖ ਦੇ ਵਰਤ ਰੱਖਦੇ, ਪੂਜਾ ਪਾਠ ਕਰਕੇ ਰੱਬ ਨੂੰ ਹਰ ਢੰਗ ਨਾਲ ਮਨਾਉਣ ਦਾ ਯਤਨ ਕਰਦੇ। ਸੁੱਖ ਸੀ ਕਦੇ ਕੋਈ ਵੀ ਪੂਰੀ ਨਹੀਂ ਸੀ ਹੋਈ, ਕਦੇ ਵੀ ਰੱਬ ਉਹਨਾਂ ਤੇ ਮਿਹਰਬਾਨ ਨਹੀਂ ਹੋਇਆ। ਬੜੇ ਪ੍ਰਯਤਨ ਤੇ ਪ੍ਰਯੋਗ ਕਰਨੇ ਪਏ ਸਨ ਚੰਨੀ ਨੂੰ ਮੰਦਰ ਜਾਣੋਂ ਹਟਾਉਣ ਲਈ। ਬੜੀ ਦੇਰ ਬਾਅਦ ਉਹ ਮਾਂ ਨੂੰ ਆਖਣ ਲੱਗੀ ਸੀ ਕਿ ਮੰਗਲਵਾਰ, ਵੀਰਵਾਰ ਜਾਂ ਸ਼ਨੀਵਾਰ 'ਚ ਕੋਈ ਫਰਕ ਨਹੀਂ। ਸੁੱਖਾਂ ਨਾ ਭੁੱਖੇ ਰਹਿ ਕੇ ਪੂਰੀਆਂ ਹੁੰਦੀਆਂ, ਨਾ ਪਹਾੜਾਂ ਦੀਆਂ ਚੜ੍ਹਾਈਆਂ ਚੜ੍ਹ ਕੇ, ਸਗੋਂ ਯਤਨਾਂ ਨਾਲ ਪੂਰੀਆਂ ਹੁੰਦੀਆਂ। ਇਹੋ ਜਿਹੀ ਖੁੱਲ੍ਹ ਦਿਲੇ ਮੁੰਡੇ ਨਾਲ ਚੰਨੀ ਨੂੰ ਵਿਆਹ ਕੇ ਬਲਦੇਵ ਨੇ ਸੁੱਖ ਦਾ ਸਾਹ ਲਿਆ ਸੀ। ਕਦੀ ਪਤਾ ਸੀ 3 ਸਾਲਾਂ ਦੇ ਅੰਦਰ ਹੀ ਉਹ ਪੰਜਾਬ 'ਚ ਚੱਲਦੀ ਤੱਤੀ ਹਵਾ 'ਚ ਝੁਲਸਿਆ ਜਾਏਗਾ ਤੇ ਚੰਨੀ ਤਰਕ ਨੂੰ ਉਸੇ ਚਿਤਾ 'ਚ ਜਲਾ ਕੇ ਮਾਂ ਦੀ ਝੋਲੀ 'ਚ ਆ ਪਏਗੀ। ਜ਼ਿੰਦਗੀ ਦੀ ਬਾਜੀ ਹਾਰੀ ਚੰਨੀ ਨੂੰ ਦੇਖ ਕੇ ਮਾਂ ਜਿੱਤੀ ਮਹਿਸੂਸ ਕਰਦੀ ਸੀ। ਰੱਬ ਵੱਲੋਂ ਬੇਮੁਖ ਹੋਈ ਚੰਨੀ ਹੋਰ ਕੀ ਆਸਾਂ ਰੱਖਦੀ ਸੀ। ਇਹ ਜਨਮ ਤਾਂ ਗਿਆ, ਅਗਲੇ ਜਨਮ ਸਵਾਰਨ ਦਾ ਝਾਂਸਾ ਦੇ ਕੇ ਚੰਨੀ ਨੂੰ ਪਿੱਛੇ ਲਾਉਣ 'ਚ ਕਾਮਯਾਬ ਹੋਈ ਫਿਰਦੀ ਸੀ। ਬਲਦੇਵ ਦੀ ਪਸੀਨੇ ਨਾਲ ਭਿੱਜੀ ਬਨੈਣ ਬੂ ਛੱਡਣ ਲੱਗੀ। ਪੱਖੇ ਹੇਠਾਂ ਬੈਠੇ ਦਾ ਵੀ ਉਹਦਾ ਪਸੀਨਾ ਨਹੀਂ ਸੀ ਸੁੱਕ ਰਿਹਾ। ਥੋੜੀ ਜਿਹੀ ਰਾਹਤ ਮਿਲੇ ਇਸ ਲਈ ਉਹ ਟੂਟੀ ਹੇਠਾਂ ਜਾ ਬੈਠਾ। ਗੈਲਨਾਂ ਦੇ ਗੈਲਨ ਪਾਣੀ ਡੋਲ ਕੇ ਵੀ ਸਰੀਰ ਦੀ ਤਪਸ਼ ਮੱਠੀ ਨਹੀਂ ਸੀ ਪੈ ਰਹੀ। ਤਪਦੇ ਤਨ ਮਨ ਨਾਲ ਉਹਨੇ 1-2 ਬੁਰਕੀਆਂ ਅੰਦਰ ਸੁੱਟੀਆਂ ਤੇ ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਕੋਠੇ ਜਾ ਚੜਿਆ। ਨਾਲੇ ਬਲਦੇਵ ਪਾਸੇ ਪਰਤਦਾ ਰਿਹਾ, ਨਾਲੇ ਇਤਿਹਾਸ ਦੀ ਚੱਕਰੀ ਨੂੰ ਪੁੱਠੀ ਘੁੰਮਦੀ ਦੇਖ ਕੇ ਹੈਰਾਨ ਹੁੰਦਾ ਰਿਹਾ। ਕਿੱਧਰ ਛਾਈ ਮਾਈ ਹੋ ਗਏ ਉਹ ਨੌਜਵਾਨ ਜਿਹੜੇ ਇਸ ਤੋਂ ਬਿਲਕੁਲ ਉਲਟ ਸੁਪਨਾ ਲੈ ਕੇ ਚੱਲੇ ਸੀ। ਉਹਦਾ ਖੋਜੀ ਦਿਮਾਗ ਇੱਕ ਸਾਥੀ ਦਾ ਪਿੱਛਾ ਕਰਨ ਲੱਗਾ। ਕੋਈ ਕਿਧਰੇ ਨਹੀਂ ਗਿਆ, ਸਭ ਇੱਥੇ ਹੀ ਰਚੇ ਮਿਚੇ ਬੈਠੇ ਐ। ਪੈਸੇ, ਇਨਕਲਾਬ ਨੇ ਇਹਨਾਂ ਨੂੰ ਸਭ ਕੁਝ ਭੁਲਾ ਦਿੱਤਾ। ਇੱਕ ਤਾਂ ਹੁਣੇ ਗਿਆ ਜ਼ਿਲ੍ਹੇ ਦਾ ਜਥੇਦਾਰ, ਕਾਲੀ ਪੱਗ, ਚਿੱਟਾ ਕੁੜਤਾ ਪਜਾਮਾ, ਤਿੱਲੇਦਾਰ ਜੁੱਤੀ ਤੇ ਰੰਗਦਾਰ ਐਨਕਾਂ। ਕਿੰਨਾ ਫੱਬਦਾ ਹੈ ਸਭ ਕੁਝ। ਕਦੇ ਸੂਰਜ ਮਾਰਕਾ ਖਵਾਉਂਦਾ, ਇਸ ਤੋਂ 2 ਛਾਲਾਂ ਵੱਧ ਮਾਰ ਕੇ ਮੰਤਰੀ ਬਣ ਗਿਆ। ਝੰਡੀ ਵਾਲੀ ਕਾਰ ਹੋਵੇ ਤਾਂ ਡਰਾਈਵਰਾਂ, ਮਕੈਨਿਕਾਂ ਤੋਂ ਕੀ ਲੈਣਾ। ਜਗਤਾਰ FCI ਦਾ AMA। ਇਨਕਲਾਬ ਦੀਆਂ ਹੋਰ ਗੱਲਾਂ ਤਾਂ ਭੁਲਾ ਗਿਆ, ਪਰ ਦਲੇਰੀ ਨਹੀਂ ਛੱਡੀ। ਇੱਕ ਅੱਧ ਬੋਰੀ ਨਹੀਂ, ਟਰੱਕਾਂ ਤੇ ਟਰੱਕ ਖਪਾਉਣ ਲਈ ਮਸ਼ਹੂਰ ਹੈ। ਕਈ ਸ਼ੈਲਰਾਂ 'ਚ ਹਿੱਸੇਦਾਰੀ ਹੈ। ਉਂਝ ਅਫਸਰਾਂ ਦੇ ਰੋਹ ਪਾਉਣ ਲਈ ਕਦੇ 500-400 ਦੀ ਪਰਚੀ ਕਟਵਾ ਲੈਂਦਾ ਹੈ। ਉਂਝ ਜੇ ਉਹਦੇ ਮਾਤਹਿਤ ਡੁੱਲੀ ਕਣਕ ਚੁਗਦੀਆਂ ਬਿਹਾਰਨਾਂ ਤੇ ਫੈਂਟਾ ਚਾੜ ਦੇਣ ਜਾਂ ਬਦਫੈਲੀ ਕਰ ਲੈਣ ਤਾਂ ਉਹਦੇ ਸੀਨੇ 'ਚ ਕੋਈ ਦਰਦ ਨਹੀਂ ਉੱਠਦਾ। 3 ਸਾਥੀ ਮਰਵਾ ਕੇ ਸਿਪਾਹੀ ਹੋਇਆ। ਨਿੰਦਰ ਅੱਜ ਕੱਲ੍ਹ ਥਾਣੇਦਾਰ ਹੈ। ਫਾਰਮ ਬਣ ਗਿਆ, ਕੰਬਾਈਨ ਆ ਗਈ ਹੈ, 3 ਟਰੱਕ ਪੈ ਗਏ। ਜਿਨ੍ਹਾਂ ਦਾ ਦਾਅ ਲੱਗ ਗਿਆ ਉਹਨਾਂ ਲਾ ਲਿਆ, ਜੋ ਪਛੜ ਗਏ ਉਹਨਾਂ ਨਵੀਆਂ ਪਨਾਹ ਗਾਹਾਂ ਲੱਭ ਲਈਆਂ। ਮੋਟਰਸਾਈਕਲ ਲੈ ਲਏ, ਪਿਸਤੌਲ ਲੈ ਲਏ, ਨਵੇਂ ਨਿਸ਼ਾਨੇ ਤੇ ਨਵੇਂ ਨਾਅਰੇ ਵੀ। ਬਲਦੇਵ ਵਰਗਾ ਤਾਂ ਕੋਈ ਟਾਵਾਂ ਟੱਲਾ ਹੀ ਸੀ। ਨਵੀਆਂ ਪਨੀਰੀਆਂ ਲਾਉਣ ਲਈ ਉਹ ਅਧਿਆਪਕ ਬਣਿਆ। ਕੁਝ ਕੁ ਬੂਟੇ ਲਾਏ ਵੀ, ਜੋ ਝੱਖੜਾਂ ਨੇ ਉਹਨਾਂ ਦੀਆਂ ਜੜ੍ਹਾਂ ਉਖਾੜ ਦਿੱਤੀਆਂ ਤਾਂ ਉਹਦਾ ਕੀ ਕਸੂਰ। ਸੁੱਖੀ ਨੂੰ ਉਹਨੇ ਫਿਜ਼ਿਕਸ, ਕੈਮਿਸਟਰੀ ਨਾਲੋਂ ਤਰਕ ਦੀ ਸਾਇੰਸ ਜ਼ਿਆਦਾ ਪੜ੍ਹਾਈ ਸੀ। ਕਾਲਜ ਦੇ ਦਿਨਾਂ ਤੱਕ ਉਹ ਬਲਦੇਵ ਤੋਂ ਰਹਿਨੁਮਾਈ ਲੈਂਦਾ ਰਿਹਾ। ਜਦੋਂ ਉਹਦੇ ਗੋਲਡ ਮੈਡਲਾਂ ਦੀ ਕਦਰ ਨਾ ਹੀ ਪਈ ਤਾਂ ਵਿਹਲਾ ਫਿਰਦਾ ਉਹ ਸਰਕਾਰ ਦੇ ਨਾਲ ਬਲਦੇਵ ਤੋਂ ਵੀ ਬਾਗੀ ਹੋ ਗਿਆ। ਹੁਣ ਬੈਂਕ ਲੁੱਟਣਾ, ਖੋਹਾਂ ਕਰਨਾ, ਪੁਲਿਸ ਨੂੰ ਚੱਕਵਾਂ ਦੇਣਾ ਉਹਦੇ ਖੱਬੇ ਹੱਥ ਦੀ ਖੇਡ ਹੈ। ਸ਼ਿੰਦੀ ਉਹ ਤੋਂ 2 ਕਦਮ ਅੱਗੇ ਸੀ। ਬਾਪ ਦੇ ਮਰ ਜਾਣ ਤੇ ਪੜ੍ਹਾਈ ਛੱਡਣੀ ਪਈ ਤਾਂ ਚਲੋ ਕੋਈ ਨਹੀਂ, ਉਹਨੂੰ ਉਮੀਦ ਸੀ ਉਹ ਪਿੰਡ ਦੀ ਕਿਰਸਾਨੀ ਨੂੰ ਲਾਮਬੰਦ ਕਰ ਲਏਗਾ। ਕਈ ਘੋਲ ਉਹਨੇ ਲੜੇ ਵੀ। ਤੱਤਾ ਖੂਨ ਸੀ। ਲਗਾਤਾਰ 2 ਵਰ੍ਹੇ ਗੜਿਆਂ ਤੇ ਹੜ੍ਹਾਂ 'ਚ ਫਸਲ ਗਵਾ ਕੇ ਖੂਨ ਉਬਾਲੇ ਖਾ ਗਿਆ। ਯੁੱਗ ਪਲਟੇ ਲਈ ਕਾਹਲਾ ਪੈ ਕੇ ਉਹ ਵੀ ਸੁੱਖੀ ਨਾਲ ਜਾ ਰਲਿਆ। ਹੁਣ 5-4 ਬੰਦੇ ਮਾਰਨਾ ਉਹਦਾ ਸ਼ੌਕ ਹੈ। ਸੁੱਖੀ ਛਿੰਦੀ ਲਈ ਤਾਂ ਕੋਈ ਬਾਹਾਂ ਅੱਡੀ ਖੜਾ ਸੀ। ਉਹਨਾਂ ਨੂੰ ਬੋਚ ਲਿਆ। 10 ਪੜ੍ਹਿਆ ਮੁਸਲਮਾਨਾਂ ਦਾ ਫਰੀਦਾ ਕਿੱਧਰ ਜਾਂਦਾ। 4 ਅੱਖਰ ਪੜ੍ਹ ਕੇ ਖੱਡੀ ਤੇ ਬੈਠਣੋਂ ਉਹਨੂੰ ਸ਼ਰਮ ਆਉਂਦੀ ਸੀ। ਕੁਰਸੀ ਤੇ ਉਹਨੂੰ ਕੋਈ ਹੱਥ ਨਹੀਂ ਸੀ ਲਾਉਣ ਦਿੰਦਾ। 2-4 ਸਾਲ ਤਾਂ ਚਿੱਟੇ ਕੱਪੜੇ ਪਾ ਕੇ ਸੱਥ 'ਚ ਬੈਠਾ, ਫਿਰ ਕਾਰਾਂ ਦੇ ਝੂਟਿਆਂ ਦੇ ਸਵਾਦ 'ਚ ਪਿਆ। ਹੰਸੇ ਹੋਰਾਂ ਦੀ ਅਫੀਮ ਢੋਣ ਲੱਗਾ। ਦਿੱਲੀ ਦੇ ਚੱਕਰ ਕੱਟਦਾ ਬਾਬਰੀ ਮਸਜਿਦ ਵਾਲਿਆਂ ਦਾ ਲੀਡਰ ਜਾ ਬਣਿਆ। ਚਿੜੀ ਤੋਂ ਡਰਨ ਵਾਲਾ ਬਾਣੀਆਂ ਤਾਂ ਭੂਸ਼ੀ ਤ੍ਰਿਸ਼ੂਲ ਚੁੱਕੀ ਫਿਰਦਾ। ਫੈਕਟਰੀਆਂ ਦੇ ਮੁਕਾਬਲੇ 'ਚ ਜਦੋਂ ਉਹਦੀ ਵਰਕਸ਼ਾਪ ਫੇਲ ਹੋ ਗਈ ਤਾਂ ਉਹਨੇ ਸ਼ਿਵ ਸੈਨਾ ਲਈ ਪਿਸਤੌਲ ਬਣਾਉਣੇ ਸ਼ੁਰੂ ਕਰਤੇ। ਦੁਕਾਨ ਵੀ ਵਧੀਆ ਚੱਲ ਪਈ, ਪੈਸਾ ਵੀ ਹੋ ਗਿਆ ਤੇ ਨਾਮ ਵੀ। ਬਲਦੇਵ ਕਿਸ ਨੂੰ ਮੋੜਾ ਪਾਵੇ। ਬਾਹਰ ਤੱਕ ਹੀ ਉਹਦੇ ਘਰੇ ਹੀ ਬਗਾਵਤ ਦੇ ਝੰਡੇ ਬੁਲੰਦ ਹਨ। ਸ਼ਿੰਦੇ ਦੇ ਪੁਲਿਸ ਮੁਕਾਬਲੇ 'ਚ ਮਰਨ ਦੀ ਖਬਰ ਆਵੇ ਚਾਹੇ ਜੱਸੀ ਦੀ, ਉਹਦੇ ਸੀਨੇ 'ਚ ਖੋਹ ਪੈਣ ਲੱਗਦੀ।
ਪਰ ਚੰਨੀ ਦੀਆਂ ਅੱਖਾਂ ਚਮਕ ਪੈਂਦੀਆਂ। ਉਹਨੂੰ ਲੱਗਦਾ ਜਿਵੇਂ ਉਹਦੇ ਪਤੀ ਦਾ ਬਦਲਾ ਲੈ ਲਿਆ ਗਿਆ। ਉਹਦੀ ਭੋਲੀ ਭੈਣ ਦੀ ਸਮਝ ਨੂੰ ਵੀ ਸਿਉਂਕ ਲੱਗ ਗਈ। ਭੁੱਲ ਜਾਂਦੀ ਹੈ ਉਹ ਛਿੰਦੇ ਦਾ ਬਦਲਾ ਲੈਣ ਲਈ ਹਜ਼ਾਰਾਂ ਜੱਸੇ ਪੈਦਾ ਹੋਣਗੇ, ਲੱਖਾਂ ਸਤਿੰਦਰਾਂ ਨੂੰ ਜਾਨਾਂ ਦੇਣੀਆਂ ਪੈਣਗੀਆਂ। ਸਤਿੰਦਰਾਂ ਦੀ ਰਾਖੀ ਦੇ ਬਹਾਨੇ ਲੱਖਾਂ ਜੱਸੇ ਸਰਕਾਰੀ ਗੋਲੀ ਦਾ ਸ਼ਿਕਾਰ ਹੋਣਗੇ। ਇਸ ਤਰ੍ਹਾਂ ਤੇ ਗਿਣਤੀ ਵੱਧਦੀ ਜਾਣੀ ਹੈ ਜਿੰਨਾ ਚਿਰ ਸੁਖੀਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਛਿੰਦੀਆਂ ਨੂੰ ਫਸਲਾਂ ਦਾ ਮੁੱਲ ਨਹੀਂ ਮਿਲਦਾ ਤੇ ਭੂਸ਼ੀਆਂ ਨੂੰ ਸਹੀ ਮਿਹਨਤਾਂ ਨਾ। ਰਾਤ ਪੂਰੇ ਜੋਬਨ ਤੇ ਸੀ, ਪਰ ਤੱਤੀਆਂ ਹਵਾਵਾਂ ਦੀ ਤਪਸ਼ ਮੱਠੀ ਨਹੀਂ ਸੀ ਪਈ। ਗਰਮ ਹਵਾ ਦੇ ਬੁੱਲੇ ਕਈ ਵਾਰ ਉਹਦੇ ਨੰਗੇ ਪਿੰਡੇ ਨੂੰ ਝੁਲਸ ਚੁੱਕੇ ਸਨ। ਘੁੱਟ-ਘੁੱਟ ਕਰਕੇ ਸਾਹਮਣੇ ਪਿਆ ਸਾਰਾ ਤਪਲਾ ਉਹਨੇ ਅੰਦਰ ਸੁੱਟ ਲਿਆ ਸੀ, ਪਰ ਸੁੱਕੇ ਗਲੇ ਨੂੰ ਭੋਰਾ ਵੀ ਰਾਹਤ ਨਹੀਂ ਸੀ ਮਿਲੀ। ਥੱਲੇ ਜਾ ਕੇ ਤਪਲਾ ਭਰਨ ਦੀ ਉਹਦੀ ਹਿੰਮਤ ਨਹੀਂ ਸੀ। ਮਸਾ ਤਾਂ ਟੱਬਰ ਸੁੱਤਾ ਸੀ। ਮਾੜੀ ਜੀ ਆਹਟ ਨਾਲ ਹੀ ਉਹਨਾਂ ਉੱਠ ਕੇ ਉਸ ਦੁਆਲੇ ਹੋ ਜਾਣਾ ਸੀ। ਉਂਝ ਬਾਰ-ਬਾਰ ਖੰਘਦੀ ਮਾਂ ਤੇ ਸਰੋਜ ਦੇ ਮੰਜੇ ਦੀਆਂ ਚੀਕਦੀਆਂ ਚੂਲਾਂ ਤੋਂ ਉਹਨੂੰ ਰੱਤੀ ਵੀ ਸ਼ੱਕ ਨਹੀਂ ਸੀ ਕਿ ਉਹ ਵੀ ਉਸੇ ਵਾਂਗ ਸਮੇਂ ਨੂੰ ਧੱਕਾ ਦੇ ਰਹੀਆਂ ਸਨ। ਗਰਮੀ ਤੇ ਪਿਆਸ ਨੇ ਉਹਨੂੰ ਬੇਚੈਨ ਕਰ ਰੱਖਿਆ ਸੀ। ਕਦੇ-ਕਦੇ ਜੇ ਅੱਖ ਲੱਗ ਵੀ ਜਾਂਦੀ ਤਾਂ ਅਜੀਬ ਜਿਹੇ ਸੁਪਨੇ ਉਹਦਾ ਪਿੱਛਾ ਕਰਦੇ। ਕਦੇ ਸਤਿੰਦਰ ਦੇ ਵੈਨ, ਕਦੇ ਝੂਠੇ ਪੁਲਿਸ ਮੁਕਾਬਲੇ 'ਚ ਮਰ ਰਿਹਾ ਪੁੱਤਰਾਂ ਵਰਗਾ ਸੁੱਖੀ, ਕਦੇ ਅੰਡਰਗਰਾਊਂਡ ਵਾਲੇ ਦਿਨਾਂ 'ਚ ਉਹਨਾਂ ਨੂੰ ਸਮਝਾ ਰਿਹਾ ਸੁਰਜੀਤ, ਕਦੇ ਹੋਟਲ ਦੇ ਬਿੱਲ ਤੋਂ ਡਰਦਾ ਬਲਦੇਵ, ਕਦੇ ਮੁੱਖ ਮੰਤਰੀ ਦੀ ਕੋਠੀ, ਕਦੇ ਟਾਈਪ ਹੋ ਰਹੇ ਆਰਡਰ, ਕਦੇ ਡੀਓ ਨਾਲ ਝਪਟ, ਕਦੇ ਲੋਕਾਂ ਦਾ ਹਾਹਾਕਾਰ, ਕਦੇ ਨਵਤੇਜ ਸਿੰਘ ਦਾ ਪੁੱਤ ਤੇ ਗੁਰਬਖਸ਼ ਸਿੰਘ ਦਾ ਪੋਤਾ ਵਾਲ ਕਟਾਉਣ ਬਦਲੇ ਸ਼ਹਾਦਤ ਪਾਉਂਦਾ ਸੁਮੀਤ, ਕਦੇ ਜੂਝ ਰਹੇ ਰਤਨ ਪਟਵਾਰੀ, ਬਲਦੇਵ ਮਾਨ ਤੇ ਦੀਪਕ ਧਵਨ ਦੀਆਂ ਰੂਹਾਂ। ਇਸ ਘਬਰਾਹਟ 'ਚ ਬਲਦੇਵ ਉੱਠ ਕੇ ਬੈਠ ਗਿਆ। ਤਾਰਿਆਂ ਨਾਲ ਭਰੇ ਅਸਮਾਨ 'ਚ ਮਟਕ-ਮਟਕ ਤੁਰਦੇ ਚੰਦਰਮਾ ਵੱਲ ਤੱਕਣ ਲੱਗਾ। ਰਾਤ ਬੁਢਾਪੇ 'ਚ ਦਾਖਲ ਹੋ ਗਈ ਸੀ, ਇਸੇ ਲਈ ਕਦੇ-ਕਦੇ ਠੰਡੀ ਹਵਾ ਦਾ ਬੁੱਲਾ ਨਸੀਬ ਹੋਣ ਲੱਗਾ ਸੀ। ਚਮਕਦੇ ਸਿਤਾਰਿਆਂ ਸਾਹਮਣੇ ਬਲਦੇਵ ਸ਼ਰਮਸਾਰ ਜਿਹਾ ਹੋ ਗਿਆ। ਉਹਨਾਂ ਨਾਲ ਅੱਖ ਮਿਲਦਿਆਂ ਹੀ ਉਹਦੇ ਮਨ 'ਚ ਉੱਠਦੀਆਂ ਭਾਵਨਾਵਾਂ ਵਿੱਚ ਜਵਾਰ ਭਾਟੇ ਉੱਠ ਖੜੋਤੇ। ਦੋਏ ਬਾਹਾਂ ਫੈਲਾ ਕੇ ਉਹਨੇ ਅਸਮਾਨ ਨੂੰ ਬਾਹਾਂ 'ਚ ਭਰਨਾ ਚਾਹਿਆ। ਉਸਦਾ ਦਿਲ ਕੀਤਾ ਉਹ ਇੱਕ-ਇੱਕ ਤਾਰੇ ਦੀ ਬਾਂਹ ਫੜੇ ਤੇ ਪੁੱਛੇ, ਕੀ ਇਹਨਾਂ ਦੇ ਕਲਪਨਾ ਦੇ ਦੇਸ਼ 'ਚ ਤੁਸੀਂ ਦਿਨੇ ਦਿਖਾਈ ਦੇਣ ਲੱਗੋਗੇ? ਤੁਹਾਡਾ ਸਾਥੀ ਚੰਦਰਮਾ ਅੱਗ ਬਰਸਾਉਣ ਲੱਗੇਗਾ, ਸੂਰਜ ਦੀ ਤਸਵੀਰ ਬਦਲ ਜਾਏਗੀ, ਜੂਨ ਮਹੀਨੇ ਬਰਫ਼ਾਂ ਪੈਣ ਲੱਗਣਗੀਆਂ, ਨਦੀਆਂ ਸਮੁੰਦਰਾਂ 'ਚੋਂ ਨਿਕਲਣਗੀਆਂ ਜਾਂ ਦਰਖਤ ਹਵਾ 'ਚ ਲਟਕਣ ਲੱਗਣਗੇ। ਕੀ ਉੱਥੇ ਆਦਮੀ ਦੇ ਚਾਰ ਹੱਥ ਹੋਣਗੇ ਜਾਂ ਫਿਰ ਬਿਨਾਂ ਖਾਦਿਆਂ ਭੁੱਖ ਮਿਟ ਜਾਏਗੀ? ਕੀ ਸਾਰੇ ਮਜ਼ਦੂਰ ਮਾਲਕ ਬਣ ਜਾਣਗੇ ਜਾਂ ਮਾਲਕ ਮਜ਼ਦੂਰੀ ਕਰਨ ਲੱਗਣਗੇ? ਸ਼ਾਇਦ ਕੁਝ ਵੀ ਨਹੀਂ ਬਦਲੇਗਾ, ਬਸ ਟਾਟਿਆਂ ਬਿਰਲਿਆਂ ਦੇ ਨਾਂ ਹੀ ਬਦਲਣਗੇ। ਸੁਖੀਆਂ, ਛਿੰਦੀਆਂ ਤੇ ਫਰੀਦੀਆਂ ਦੀਆਂ ਕਤਾਰਾਂ ਹੋਰ ਲੰਬੀਆਂ ਹੋ ਜਾਣਗੀਆਂ। ਬਲਦੇਵ ਉਹ ਵੀ ਪਹਿਲਾਂ ਵਾਲਾ ਬਲਦੇਵ ਨਹੀਂ ਰਿਹਾ। ਉਸ ਸਮੇਂ ਪਿਓ ਦੇ ਸਿਰ ਤੇ ਘਰ ਦਾ ਖਰਚ ਤਾਂ ਤੁਰਦਾ ਹੀ ਸੀ, ਹੁਣ ਤਾਂ ਉਹ ਵੀ ਨਹੀਂ ਰਿਹਾ। ਬੁੱਢੀ ਮਾਂ ਹੈ, ਖਬਰਾਂ ਸੁਣ ਕੇ ਕੰਬਣ ਲੱਗਦੀ। ਵਿਧਵਾ ਚੰਨੀ ਹੈ, ਉਹਦੀ 6 ਮਹੀਨਿਆਂ ਦੀ ਬੱਚੀ। ਕੌਣ ਹੈ ਜੋ ਪਿੱਛੋਂ ਉਹਨਾਂ ਦੀ ਧੀਰ ਵੀ ਬੰਧਾ ਸਕੇ? ਸਰੋਜ, ਉਹਦੇ 2 ਮਾਸੂਮ ਬੱਚੇ। ਉਹ ਏਡਾ ਵੱਡਾ ਮਹਾਭਾਰਤ ਇਕੱਲਾ ਕਿਵੇਂ ਲੱਭ ਸਕਦਾ ਹੈ? ਤੇਰੀ ਸੋਚ ਨੂੰ ਵੀ ਗ੍ਰਹਿਣ ਲੱਗ ਗਿਆ। ਤਾਰਿਆਂ 'ਚ ਚਮਕਦੇ ਸ਼ਹੀਦ ਦੇ ਚਿਹਰੇ ਉੱਤੇ ਮੁਸਕਰਾਏ। ਛੋਟੇ ਜਿਹੇ ਟੱਬਰ ਦੀ ਸੋਚਣ ਲੱਗਿਆ, ਵੱਡੇ ਪਰਿਵਾਰ ਦਾ ਕੀ ਬਣੂ? ਤਾਰਿਆਂ 'ਚ ਘਿਰੇ ਬਲਦੇਵ ਨੇ ਚਾਰੋਂ ਪਾਸੇ ਨਜ਼ਰ ਦੌੜਾਈ। ਪੂਰਬ ਦੀ ਕੁੱਖ ਸੂਹੀ ਹੁੰਦੀ ਜਾ ਰਹੀ ਸੀ। ਹੁਣ ਸੂਰਜ ਦੇ ਉੱਗਣ ਦੀ ਵਾਰੀ ਸੀ। ਬਲਦੇਵ ਮਲਕੜੇ ਜਿਹੇ ਪੌੜੀਆਂ ਉਤਰਿਆ, ਟਰੰਕ ਪੇਟੀਆਂ ਫਰੋਲ ਕੇ ਪੁਰਾਣਾ ਝੋਲਾ ਕੱਢਿਆ, 1-2 ਪੁਸਤਕਾਂ, ਕੁੜਤਾ ਪਜਾਮਾ ਤੇ ਹੋਰ ਨਿੱਕ ਸੁੱਕ ਪਾ ਕੇ ਝੋਲਾ ਮੋਢੇ ਤੇ ਲਟਕਾ ਲਿਆ। ਉਹਨੂੰ ਮਿੰਟੀ ਸਕਿੰਟੀ ਤਿਆਰ ਹੋਇਆਂ ਵੇਖ ਕੇ ਹੈਰਾਨ ਪਰੇਸ਼ਾਨ ਸਾਰਾ ਟੱਬਰ ਹੇਠਾਂ ਉਤਰ ਆਇਆ। ਸੁਰਜੀਤ ਵੱਲ ਚੱਲਿਆ ਪੁੱਤਰ? ਪੁਰਾਣਾ ਝੋਲਾ ਦੇਖ ਕੇ ਬੁੱਢੀ ਦਾ ਮੱਥਾ ਠਣਕ ਗਿਆ। ਦਿਲ ਧੜਕਣ ਲੱਗਾ ਸੀ ਤੇ ਲੱਤਾਂ ਕੰਬ ਗਈਆਂ। ਫਿਰ ਵੀ ਹਿੰਮਤ ਬਟੋਰ ਕੇ ਉਹਨੇ ਪੁੱਛ ਹੀ ਲਿਆ, ਨਹੀਂ ਮੈਂ ਤਾਂ ਡਿਊਟੀ ਤੇ ਚੱਲਿਆ। ਚੰਨੀ ਦੀਆਂ ਅੱਖਾਂ 'ਚੋਂ ਮਡਾਏ ਹੰਝੂਆਂ ਨੂੰ ਪੂੰਝਦਿਆਂ ਬਲਦੇਵ ਮਾਂ ਨੂੰ ਸਮਝਾਇਆ, ਪਿੱਛੋਂ ਸਾਡਾ ਕੀ ਬਣੂ ਭਾਈ? ਮੈਂ ਤੁਹਾਡੇ ਭਲੇ ਲਈ ਜਾ ਰਿਹਾ। ਅੱਗ ਇੱਧਰ ਵੱਲ ਵਧਣੀ ਸ਼ੁਰੂ ਹੋ ਗਈ ਹੈ, ਜੇ ਇਹਨੂੰ ਹੁਣੇ ਨਾ ਰੋਕਿਆ ਗਿਆ ਤੇ ਸਭ ਨੂੰ ਨਿਗਲ ਜਾਊ। ਸਰੋਜ ਦੀ ਪਿੱਠ ਥਾਪੜ ਕੇ ਬਲਦੇਵ ਨੇ ਪਿੱਠ ਪੁਆਈ। ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ ਉਹਦਾ ਮੱਥਾ ਚੁੰਮਿਆ। ਬੱਸ ਸਟੈਂਡ ਵੱਲ ਤੇਜ਼-ਤੇਜ਼ ਕਦਮ ਪੁੱਟਦੇ ਬਲਦੇਵ ਨੂੰ ਵੇਖ ਕੇ ਮਾਂ ਦੇ ਦਿਲ 'ਚ ਖੋਹ ਪੈਣ ਲੱਗੀ। ਉਹਨੂੰ ਲੱਗ ਰਿਹਾ ਸੀ ਜਿਵੇਂ ਉਹਦਾ ਇੱਕੋ ਇੱਕ ਪੁੱਤ ਲਾਮ ਤੇ ਚਲਿਆ ਜਾਵੇ। ਧੰਨਵਾਦ।